ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅੱਖਰਾਂ ਦਾ ਸਰਨਾਮਾ ਲੈ ਕੇ ਆਪ ਸਭ ਦੇ ਸਨਮੁਖ ਹੈ। ਆਪ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਸਿੱਖ ਫਲਸਫੇ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਲਿਟਰੇਚਰ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਸਾਹਿਤਕਾਰਾਂ ਦੀ ਗੱਲ ਕੀਤੀ ਜਾਂਦੀ ਹੈ, ਪੰਜਾਬੀ ਸਾਹਿਤ ਤੇ ਪੰਜਾਬੀ ਸਾਹਿਤਕਾਰਾਂ ਦੀ ਗੱਲ ਕੀਤੀ ਜਾਂਦੀ ਆ, ਪਰ ਗੁਰਮਤ ਦਾ ਦ੍ਰਿਸ਼ਟੀਕੋਣ ਲਾ ਕੇ ਸਿੱਖ ਫਲਸਫੇ ਨਾਲ ਮੇਚ ਕੇ। ਔਰ ਚਲਦੇ ਚਲਦੇ ਇਹ ਗੱਲ ਕਰਦੇ ਕਰਦੇ ਜਿੱਥੇ ਕੋ ਅਸੀਂ ਪਹੁੰਚੇ ਆ, ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਪਿਛਲੇ ਐਪੀਸੋਡ ਤੋਂ ਲੈ ਕੇ ਸਾਡੇ ਨਾਲ ਹੀ ਆਪਦੇ ਸਨਮੁਖ ਨੇ ਗਿਆਨੀ ਗੁਰਮੀਤ ਸਿੰਘ ਜੀ ਗਾਰੋ। ਉਹਨਾਂ ਦੀ ਆਮਦ ਨੂੰ ਜੀਆਂ ਆਖਦੇ ਆ, ਫਤਿਹ ਸਾਂਝੀ ਕਰਦੇ ਆ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਗੁਰਮੀਤ ਸਿੰਘ ਗਾਰੋ ਜੀ ਨਾਲ ਪਿਛਲੀ ਵਾਰੀ ਆਪਾਂ ਗੱਲ ਕਰ ਰਹੇ ਸੀ ਕਿ ਉਹ ਸਿੱਖ ਪ੍ਰਚਾਰ ਨੂੰ ਕਿਵੇਂ ਸਮਰਪਿਤ ਹੋਏ, ਕਿਉਂ ਸਮਰਪਿਤ ਹੋਏ ਤੇ ਕੀ ਟੀਚਾ ਲੈ ਕੇ ਤੁਰੇ, ਕੀ ਆਸ਼ਾ ਲੈ ਕੇ ਤੁਰੇ, ਕੀ ਮੰਤਵ ਲੈ ਕੇ ਤੁਰੇ। ਇਹਨਾਂ ਸਵਾਲਾਂ ਦੇ ਜਵਾਬ ਦਿੰਦੇ ਦਿੰਦੇ ਗੱਲ ਇੱਥੇ ਤੱਕ ਪਹੁੰਚੀ ਸੀ ਕਿ ਉਹਨਾਂ ਨੇ ਪੰਜਾਬ ਤੋਂ ਬਾਹਰ ਜਾ ਕੇ ਦੁਨੀਆ ਘੁੰਮਦਿਆਂ ਹੋਇਆ, ਪਹਿਲਾਂ ਪੰਜਾਬ ਤੋਂ ਸ਼ੁਰੂ ਹੋਏ, ਪੰਜਾਬ ਤੋਂ ਦੁਨੀਆ ਵੱਲ ਨੂੰ ਆਏ, ਦੁਨੀਆ ਘੁੰਮਦਿਆਂ ਹੋਇਆ ਆਪਣੇ ਆਪ ਨੂੰ ਥੋੜਾ ਸੰਪੰਨ ਕਰਕੇ ਬਾਅਦ ਚੋਂ ਪੰਜਾਬ ਤੋਂ ਬਾਹਰ ਉਹ ਇਲਾਕੇ ਜਿੱਥੇ ਭਗਤ ਵਿਚਰਦੇ ਸਨ, ਜਿੱਥੇ ਗੁਰੂ ਸਾਹਿਬ ਨੇ ਆਪਣੀਆਂ ਛੋਹਾਂ ਛੱਡੀਆਂ, ਸਾਡੇ ਸ਼ਹੀਦਾਂ ਨੇ ਜਿੱਥੇ ਆਪਣੀਆਂ ਛੋਹਾਂ ਛੱਡੀਆਂ, ਉੱਥੇ ਜਿਹੜੇ ਜਿਹੜੇ ਲੋਕ ਸਿੱਖੀ ਨਾਲ ਜੁੜੇ ਸੀ ਪਰ ਅੱਜ ਨਹੀਂ ਜੁੜੇ ਰਹਿ ਗਏ, ਉਹਨਾਂ ਇਲਾਕਿਆਂ ਨੂੰ ਖਾਸ ਤੌਰ ਤੇ ਸਮਰਪਿਤ ਹੋਏ। ਉਹ ਪੰਜਾਬ ਦੇ ਵਿੱਚ ਖਾਸ ਕਰਕੇ ਉਹਨਾਂ ਕਬੀਲਿਆਂ ਨੂੰ, ਉਹਨਾਂ ਭਾਈਚਾਰਿਆਂ ਨੂੰ ਸਮਰਪਿਤ ਹੋਏ ਜਿਹੜੇ ਸਿੱਖੀ ਦਾ ਕਦੀ ਬਹੁਤ ਵੱਡਾ ਅੰਗ ਸਨ, ਅੱਜ ਉਸ ਪੱਧਰ ਤੇ ਨਹੀਂ ਰਿਹਾ। ਮੈਂ ਨਹੀਂ ਕਹਿੰਦਾ ਸਿੱਖੀ ਤੋਂ ਦੂਰ ਚਲ ਗਿਆ, ਪਰ ਉਸ ਪੱਧਰ ਤੇ ਨਹੀਂ ਰਿਹਾ ਜਿਸ ਪੱਧਰ ਤੇ ਉਹਨਾਂ ਦਾ ਯੋਗਦਾਨ ਸੀ, ਉਸ ਪੱਧਰ ਤੇ ਉਹਨਾਂ ਦਾ ਸਤਿਕਾਰ ਨਹੀਂ ਰਿਹਾ। ਇੱਦਾਂ ਕਹਿ ਲਈ ਆਪਾਂ ਸਾਡੀ ਜਿਹੜੀ ਮੁਖਤਾਰ ਵਾਲੀ ਸਿੱਖੀ ਉਹਦੇ ਵਿੱਚ ਉਹਨਾਂ ਨੂੰ ਸਮਰਪਿਤ ਹੋਏ। ਔਰ ਪਿਛਲੇ ਐਪੀਸੋਡ 'ਚ ਗਿਆਨੀ ਜੀ ਤੁਸੀਂ ਗੱਲ ਕੀਤੀ ਸੀ ਰਾਜਸਥਾਨ ਦੇ ਉਸ ਭਾਈਚਾਰੇ ਦੀ, ਰਵਿਦਾਸ ਭਾਈਚਾਰਾ ਤੁਸੀਂ ਸ਼ਬਦ ਵਰਤਿਆ ਸੀ। ਹਾਂਜੀ। ਔਰ ਉਹਨਾਂ ਨੂੰ ਉੱਥੇ ਜਾਟਵ ਕਿਹਾ ਜਾਂਦਾ, ਤੁਸੀਂ ਇਹ ਵੀ ਸ਼ਬਦ ਵਰਤਿਆ ਸੀ। ਮੇਰੇ ਲਈ ਇਹ ਸ਼ਬਦ ਨਵਾਂ ਆ, ਰਵਿਦਾਸ ਭਾਈਚਾਰੇ ਨੂੰ ਜਾਟਵ ਕਿਹਾ ਜਾਂਦਾ। ਜਾਟ ਤਾਂ ਜੱਟਾਂ ਦਾ ਇੱਕ ਹੈਗਾ ਸ਼ਬਦ, ਤੇ ਇਹ ਜਾਟਵ ਤੇ ਜਾਟ, ਇਹ ਕੀ ਫਰਕ ਹੈ? ਜਾਟਵ ਸ਼ਬਦ ਦੀ ਕੀ ਅਰਥ ਹੈ? ਇਸ ਦਾ ਮੈਨੂੰ ਵੀ ਨਹੀਂ ਸੀ ਪਤਾ ਜੀ। ਜਿਹੜੇ ਉਹ ਮਹਾਪੁਰਸ਼ ਸੰਤ ਪੁਰਸ਼ੋਤਮ ਨੰਦ ਜੀ, ਜਿਨ੍ਹਾਂ ਦੇ ਰਾਹੀਂ ਤੁਹਾਨੂੰ ਇੱਕ ਤਰ੍ਹਾਂ ਦੀ ਹੂਕ ਮਿਲੀ ਕਿ ਆਓ ਆ ਗੱਲ ਨੂੰ ਸਮਝੋ, ਠੀਕ, ਉਹਨਾਂ ਦਾ ਸਮਝ ਸੁਨੇਹਾ ਮਿਲਿਆ। ਅਸੀਂ ਉੱਥੇ ਗਏ ਤੇ ਉੱਥੇ ਜਾਣ ਤੋਂ ਪਹਿਲਾਂ ਅਸੀਂ ਜੋ ਗੁਰਦੁਆਰਾ ਗੁਰੂ ਕਾ ਤਾਲ ਆਗਰਾ, ਉਸ ਵੇਲੇ ਸੰਤ ਨਰਿੰਦਰ ਸਿੰਘ ਜੀ ਸਨ, ਹੁਣ ਸੰਤ ਪ੍ਰੀਤਮ ਸਿੰਘ ਜੀ ਆ ਜੀ, ਉਹਨਾਂ ਕੋਲ ਗਏ ਤੇ ਮੈਂ ਆਪਣਾ ਪਰਪਸ ਦੱਸਿਆ ਵੀ ਆਹ ਪਿੰਡ ਕਿੱਥੇ ਆ, ਇਹਦੀ ਕੀ ਕੰਡੀਸ਼ਨ ਹੈ, ਇੱਥੇ ਜਾਣਾ ਚਾਹੁੰਦਾ। ਉਹਨਾਂ ਨੇ ਸੱਦਾ ਦਿੱਤਾ, ਆਪਾਂ ਉਹਨਾਂ ਨੂੰ ਪ੍ਰਚਾਰ ਕਰਕੇ ਸਿੱਖੀ 'ਚ ਲਿਆਉਣਾ ਜੀ। ਉਹਨਾਂ ਨੇ ਪਹਿਲੀ ਗੱਲ ਕੀਤੀ ਇਹ ਵੀ ਭਾਈ ਪੰਜਾਬ ਦੇ ਆਪਾਂ ਲੋਕ ਬੜੇ ਸਾਊ ਆ, ਇੱਥੇ ਕਈ ਬੰਦੇ ਜਿਹੜੇ ਬਹੁਤ, ਸਾਰੇ ਨਹੀਂ ਵੀ ਬਹੁਤ ਬੰਦੇ ਜਿਹੜੇ ਆ ਖਤਰਨਾਕ ਨੇ। ਹਾਂਜੀ। ਉੱਥੇ ਬੜਾ ਜਿਹੜਾ ਘਟਨਾਕ੍ਰਮ ਹੋਇਆ ਆ ਬਹੁਤ ਖਤਰਨਾਕ ਹੋਇਆ, ਕਤਲੇਆਮ ਹੋਇਆ ਆ ਜੀ। ਇਸ ਕਰਕੇ ਉੱਥੇ ਤੁਸੀਂ ਐਦਾਂ ਨਾ ਚੱਲ ਜਾਓ। ਮੈਂ ਕਿਹਾ ਵੀ ਮੈਂ ਤੁਹਾਡੇ ਕੋਲ ਤਾਂ ਹੀ ਆਇਆ ਜੀ। ਉਹਨਾਂ ਨੇ ਜੀਪ ਦਿੱਤੀ, ਅਸਲੇ ਵਾਲੇ 2 ਬੰਦੇ ਦਿੱਤੇ ਨਾਲ ਜੀ, ਤਾਂ ਕਿ 19-21 ਕੋਈ ਗੱਲ ਨਾ ਹੋਵੇ ਜੀ। ਔਰ ਅਸੀਂ ਇਹ ਸਾਡੀ ਕਿਸਮਤ ਹੀ ਸੀ ਕਿ ਇੱਕ ਕੁਮਹੇਰ ਦਾ ਬੰਦਾ ਜਿਹੜਾ ਆ ਉੱਥੇ ਆਇਆ ਸੀ ਜੀ, ਉਹਨੂੰ ਮਿਲਾਇਆ ਗਿਆ, ਉਹਨੂੰ ਨਾਲ ਬਿਠਾਇਆ। ਅਸੀਂ ਉੱਥੇ ਸਿੱਧੇ ਹੀ ਉਹਨਾਂ ਦੇ ਘਰ ਪਹੁੰਚੇ। ਕੁਦਰਤੀ ਜਿਵੇਂ ਵਿਧਾਂ ਬਣਨੀਆਂ ਉਦੋਂ ਉਹ ਉੱਥੇ ਸਨ, ਬਹੁਤ ਘੱਟ ਮਿਲਦੇ ਆ, ਉਹ ਕਿਤੇ ਨਾ ਕਿਤੇ ਗਏ ਹੁੰਦੇ ਸੀ। ਜਦੋਂ ਉਹਨਾਂ ਦੇ ਦਰਸ਼ਨ ਕੀਤੇ, 6 ਫੁੱਟ ਕੱਦ ਸੰਤਾਂ ਦੇ, ਹਾਂ ਹਾਂਜੀ, ਤੇ ਉਹਨਾਂ ਨੇ ਉਹ ਜੂੜਾ ਜਿਵੇਂ ਵਾਲਮੀਕ ਜੀ ਮਹਾਰਾਜ ਦਾ ਹੁੰਦਾ ਸੀਗਾ ਨਾ, ਉਸ ਢੰਗ ਦਾ, ਠੀਕ ਹੈ, ਤਾਂਬੇ ਰੰਗਾ ਰੰਗ ਤੇ ਗੇਰੂਏ ਵਸਤਰ ਜਿਹੜੇ ਪਹਿਨੇ ਸਨ ਜੀ, ਹੈਨੀ। ਤੇ ਲੇਕਿਨ ਪਰਿਵਾਰ ਸੀ ਔਰ ਉਹਨਾਂ ਦੇ ਭਰਾ ਜਿਹੜੇ ਆਫੀਸਰ ਸਨ ਉਹ ਇਧਰਲੇ ਪਾਸੇ ਆ ਗਏ, ਸਮਾਜ ਸੇਵਾ ਧਰਮ ਰਾਹੀਂ ਕਰਦੇ। ਸੰਤ ਪੁਰਸ਼ੋਤਮ ਨੰਦ ਜੀ, ਹਾਂਜੀ। ਔਰ
ਉਹਨਾਂ ਨੂੰ ਜਦੋਂ ਅਸੀਂ ਆਪਣਾ ਪਰਪਸ ਦੱਸਿਆ, ਉਹ ਕਹਿੰਦੇ ਵੀ ਅਸੀਂ ਤੇ ਉਡੀਕਦੇ ਹਾਂ, ਪਹਿਲਾਂ ਦਿੱਲੀ ਤੇ ਅੰਮ੍ਰਿਤਸਰ ਸਾਹਿਬ ਤੋਂ ਆਏ ਸੀ, ਉਹ ਕਹਿੰਦੇ ਸੀ ਵੀ ਅਸੀਂ ਆਵਾਂਗੇ, ਉਧਰੋਂ ਕੋਈ ਆਇਆ ਨਹੀਂ ਆ। ਮੈਂ ਕਿਹਾ ਵੀ ਤੁਸੀਂ ਸਮਝੋ ਮੈਂ ਉੱਥੋਂ ਹੀ ਆਇਆ, ਠੀਕ ਹੈ, ਵੀ ਸਾਡਾ ਇੱਕੋ ਹੀ ਆ, ਸਾਂਝ ਹੀ ਹੈ ਜੀ। ਤੇ ਹੁਣ ਅਸੀਂ ਇੱਥੋਂ ਆਏ ਹਾਂ। ਤੇ ਮੈਂ ਕਿਹਾ ਅਸੀਂ ਤੁਹਾਡੇ ਸਾਰਿਆਂ ਦੀ, ਇੱਕ ਤੇ ਉਹ ਜਿਹੜੀ ਘਟਨਾ ਹੋਈ ਹੈ, ਕਤਲੇਆਮ ਹੋਇਆ, ਉਹਦੇ ਦੁੱਖ ਦੇ ਵਿੱਚ ਸ਼ਾਮਲ ਹੈ ਜੀ, ਤੁਹਾਡੇ ਨਾਲ ਹੈ, ਨਿੱਜੀ ਤੌਰ ਤੇ ਵੀ ਤੇ ਕੌਮੀ ਤੌਰ ਤੇ ਵੀ ਜੀ। ਔਰ ਅਸੀਂ ਇਹ ਚਾਹੁੰਦੇ ਵੀ ਕੁਛ ਜਿਹੜੇ ਮੋਹਤਵਰ ਬੰਦੇ ਆ, ਉਹ ਆਪ 'ਚ ਜਿਹੜਾ ਸੁਨੇਹਾ ਦੇ ਦਿਓ ਜੀ। ਉਹ ਸਾਡੇ, ਉਹਨਾਂ ਨੇ ਭੇਜ ਦਿੱਤਾ ਤੇ ਉਹਨਾਂ ਦੀ ਇੰਨੀ ਗੱਲ ਸੀ ਵੀ ਉਹਨਾਂ ਦੇ ਹੁੰਦਿਆਂ 50-60 ਬੰਦੇ ਜਿਹੜੇ ਹੈਗੇ ਆ ਉੱਥੇ ਇਕੱਠੇ ਹੋ ਗਏ ਜੀ, ਹਾਂਜੀ। 50-60 ਇਕੱਠੇ ਹੋਏ ਤੇ ਅਸੀਂ, ਸਾਨੂੰ ਤਕਰੀਬਨ 2 ਘੰਟੇ ਲੱਗੇ। ਮੈਂ ਜਦੋਂ 45 ਕੁ ਮਿੰਟ ਦਾ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਵੀ ਸਿੱਖੀ ਜਿਹੜੀ ਹੈ, ਭਗਤ ਰਵਿਦਾਸ ਜੀ ਦਾ ਕੀ ਯੋਗਦਾਨ ਹੈ ਉਹਦੇ ਵਿੱਚ, ਔਰ ਉਹਨਾਂ ਦੀ ਬਾਣੀ ਹੈ ਨੀ। ਔਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਦੇਖੋ ਤੁਹਾਡੇ ਝਗੜੇ ਹੋਏ ਕਿ ਮੰਦਿਰ ਦੇ ਵਿੱਚ ਤੁਸੀਂ ਚਲੇ ਗਏ, ਤਾਂ ਤੁਹਾਡੇ ਝਗੜੇ ਹੋਏ ਵੀ ਲਾੜਾ ਘੋੜੀ ਤੇ ਕਿਉਂ ਚੜਾਤਾ, ਹਾਂਜੀ। ਵੀ ਇਹ ਦੇਖ ਲਓ ਵੀ 92 ਤੱਕ ਕਿੰਨੇ ਸਾਲ ਹੋ ਜਾਂਦੇ ਆ, ਤਕਰੀਬਨ ਅੱਧੀ ਸਦੀ ਹੋਣ ਲੱਗੀ ਆਜ਼ਾਦ ਹੋਇਆਂ ਨੂੰ, ਦੇਸ਼ ਆਜ਼ਾਦ, ਹਾਂਜੀ। ਲੇਕਿਨ ਜਿੱਥੇ ਤੁਹਾਨੂੰ ਅੱਜ ਆਜ਼ਾਦੀ ਤੋਂ ਬਾਅਦ ਘੋੜੀ ਤੇ ਨਹੀਂ ਚੜ੍ਹਨ ਦਿੱਤਾ ਜਾਂਦਾ, ਸਾਨੂੰ 300 ਸਾਲ ਪਹਿਲਾਂ, 500 ਸਾਲ ਪਹਿਲਾਂ ਗੁਰੂ ਮਹਾਰਾਜ ਨੇ ਗੁਰੂ ਮਹਾਰਾਜ ਚੜਾ ਗਿਆ ਹੈ, ਹਾਂਜੀ। ਜਿੱਥੇ ਹੈਗੇ ਅਸੀਂ ਵੀ ਤੁਹਾਡੇ ਵਿੱਚੋਂ ਹੀ ਆ। ਫਿਰ ਮੈਂ ਕਲੀਅਰ ਕਿਹਾ, ਮੈਂ ਕਿਹਾ ਵੀ ਮੈਂ ਤੁਹਾਡੇ ਵਿੱਚੋਂ ਹੀ ਆ ਜੀ, ਹਾਂਜੀ। ਤੇ ਮੈਂ ਕਿਹਾ ਤੁਹਾਡੇ ਅੰਦਰ ਚ ਨਹੀਂ ਵੜਨ ਦਿੱਤੇ ਜਾਂਦਾ, ਮੈਂ ਗੁਰਦੁਆਰਾ ਸਾਹਿਬ ਦਾ ਇੱਕ ਰੁਤਬੇ ਵਾਲਾ ਪ੍ਰਚਾਰਕ, ਬਿਲਕੁਲ, ਹਾਂਜੀ। ਤੇ ਤੁਹਾਨੂੰ ਮੰਦਿਰ ਚ ਨਹੀਂ ਵੜਨ ਦਿੱਤਾ ਜਾਂਦਾ ਤੇ ਮੈਂ ਵੀ ਤੁਹਾਡੇ ਚ, ਤੁਹਾਡਾ ਭਾਈਚਾਰਾ, ਪਰ ਮੈਂ ਗੁਰਦੁਆਰੇ ਚ ਸਿਰਮੌਰ ਬਣ ਕੇ ਬੈਠਾ, ਗੁਰੂ ਦਾ ਵਜ਼ੀਰ ਕਹਿੰਦੇ ਆ। ਹਾਂ ਬਿਲਕੁਲ, ਹਾਂਜੀ। ਲੋਕੀ ਮੱਥੇ ਟੇਕਦੇ ਗੁਰੂ ਕੇ ਵਜ਼ੀਰਾਂ ਨੂੰ। ਉਹ ਬੜਾ ਮਤਲਬ ਜਿਹੜਾ ਹੈ ਉਹ ਹੈਰਾਨ ਹੋਏ ਸਾਰੀ ਗੱਲਬਾਤ ਜਿਹੜੀ ਹੈ। ਫਿਰ ਉਹਨਾਂ ਨੂੰ ਮੇਰੇ ਕੋਲੋਂ ਪਹਿਲੀ ਵਾਰੀ ਪਤਾ ਲੱਗਾ ਕਿ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਅੰਕਿਤ ਹੈ, ਠੀਕ ਹੈ। ਭਗਤ ਕਬੀਰ ਜੀ ਦੀ ਬਾਣੀ ਅੰਕਿਤ, ਬਿਲਕੁਲ, ਜਿਹੜੀ ਬਾਣੀ ਨੂੰ ਸਾਰਾ ਸਿੱਖ ਜਗਤ ਗੁਰੂ ਆਖੇ ਨਮਸਕਾਰ ਕਰਦਾ। ਹਾਂ, ਕੀ ਬਾਤ ਹੈ। ਅਸੀਂ ਬਾਣੀ ਗੁਰੂ ਹੈ ਬਾਣੀ, ਉਹ ਸਾਰੇ ਰਹਿਬਰ ਨੇ ਸਾਡੇ, ਹਾਂਜੀ ਹਾਂਜੀ ਹਾਂਜੀ, ਬਿਲਕੁਲ। ਤੇ ਉਹ ਇੰਨਾ ਮਤਲਬ ਜਿਹੜਾ ਹੈ, ਫਿਰ ਉਹ ਜਦੋਂ ਆਏ ਬੈਠੇ ਤੇ ਸਾਡੇ ਵਾਸਤੇ ਮੰਜਾ ਡਾਇਆ ਸੀਗਾ, ਉਹ ਮਹਾਂਪੁਰਸ਼ ਵੀ ਨਾਲ ਹੀ ਬੈਠੇ ਸਨ। ਔਰ ਉਹ 45 ਮਿੰਟ ਜਿਹੜੇ ਆ ਜੋ ਗੁਰੂ ਨੇ ਬੁਲਾਇਆ, ਉਹ ਇੱਕ ਕ੍ਰਿਸ਼ਮਾ ਹੀ ਸੀ। ਕੀ ਬਾਤ ਹੈ, ਹਾਂਜੀ। ਉਦੋਂ ਸਾਡੇ ਕੋਲ ਹੈ ਨਹੀਂ ਸੀਗੇ, ਸਾਧਨ ਨਹੀਂ ਸੀਗੇ ਰਿਕਾਰਡਿੰਗ ਦੇ, ਹਾਂਜੀ। ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਪ੍ਰਸ਼ਨ ਉੱਤਰ ਜਿਹੜੇ ਹੈਗੇ, ਕੋਈ ਪ੍ਰਸ਼ਨ ਕਰਨਾ ਜੀ, ਕਿਉਂਕਿ ਕੁਝ ਲੋਕ ਜਿਹੜੇ ਹੈਗੇ ਆ ਉੱਥੇ ਚਾਹੁੰਦੇ ਸਨ ਬੋਧੀਆਂ 'ਚ ਜਾਈਏ, ਇੱਕ ਸੂਰਦਾਸ ਸੀਗੇ, ਉਹਨਾਂ ਨੇ ਜਿਹੜਾ ਪਹਿਲਾ ਪ੍ਰਸ਼ਨ ਕੀਤਾ ਵੀ ਤੁਸੀਂ ਕਹਿੰਦੇ ਆ ਜਾਤ ਪਾਤ ਦੀ ਗੱਲ, ਵੀ ਸਿੱਖਾਂ 'ਚ ਵੀ ਜਾਤ ਪਾਤ ਹੈ। ਮੈਂ ਕਿਹਾ ਸਿੱਖਾਂ ਦੇ ਵਿੱਚ ਜਾਤ ਪਾਤ ਤਾਂ ਆ ਕਿਉਂਕਿ ਜ਼ਿਆਦਾ ਜਿਹੜਾ ਹੈਗਾ 99% ਜਿੱਥੋਂ ਆਏ ਆ ਉੱਥੇ ਜਾਤ ਪਾਤ ਸੀ, ਉੱਥੇ ਦਾ ਅਸਰ ਰਿਹਾ, ਪਰ ਸਿਧਾਂਤਕ ਤੌਰ ਤੇ ਸਿੱਖਾਂ 'ਚ ਕੋਈ ਜਾਤ ਪਾਤ ਨਹੀਂ। ਮੈਂ ਨਾਲ ਕਿਹਾ, ਮੈਂ ਸਾਡੇ 'ਚ ਜਾਤ ਪਾਤ ਦੀ ਨਫ਼ਰਤ ਨਹੀਂ ਹੈ ਜੀ, ਇੱਕ ਦੂਜੇ ਦੇ ਨਾਲ ਨਫ਼ਰਤ ਨਹੀਂ ਹੈ ਜੀ, ਜੀ ਜੀ, ਬਿਲਕੁਲ। ਤੇ ਜਿੱਥੇ ਤੁਸੀਂ ਅੱਜ ਖੜੇ ਹੋ, ਇਸ ਤੋਂ ਤੇ ਅਸੀਂ ਕਿਤੇ ਅੱਗੇ ਨਿਕਲ ਗਏ, ਹਾਂਜੀ। ਪੰਜਾਬ ਤਾਂ ਸਿੱਖੀ ਦੀ ਗੱਲ ਛੱਡੀਏ, ਪੰਜਾਬ ਤਾਂ ਮੈਂ ਪਿੰਡਾਂ 'ਚ ਦੇਖਿਆ ਜੀ, ਅਸੀਂ ਬਚਪਨ 'ਚ ਦੇਖਦੇ ਰਹੇ ਹਾਂ ਬਈ ਉਸੇ ਗਲਾਸ 'ਚ ਹੀ ਜੱਟ ਨੇ ਹਾੜਾ ਪੀਣਾ ਹੁੰਦਾ ਤੇ ਉਸੇ ਗਲਾਸ 'ਚ ਉਹਦੇ ਸੀਤੀ ਨੇ ਪੀਣਾ ਹੁੰਦਾ, ਖੂਹ ਤੇ ਬੈਠਾ। ਯਾਨੀ ਕਿ ਨਫ਼ਰਤ ਕਿੱਥੇ ਹੈ? ਨਫ਼ਰਤ ਤਾਂ ਹੈ ਹੀ ਨਹੀਂ। ਮੈਂ ਕਹਿੰਦਾ ਜੀ ਇਕੱਠਿਆਂ ਨੇ ਰੋਟੀ ਖਾਣੀ ਹੈ, ਇਕੱਠਿਆਂ ਨੇ ਹਾੜਾ ਲਾਉਣਾ ਆ, ਇੱਕ ਨੈਰੇਟਿਵ ਬੜਾ ਉਲਟ ਸਿਰ, ਭਾਵੇਂ ਸਿੱਖੀ ਦੀ ਗੱਲ ਛੱਡ ਦਿਓ। ਹਾਂਜੀ, ਮੈਂ ਆਪਾਂ ਗੱਲ ਕਰੀ, ਹਾਂਜੀ। ਅੱਛਾ, ਫਿਰ ਉੱਥੇ ਮਤਲਬ ਜਿਹੜਾ ਹੈ ਜਦੋਂ ਉਹਨਾਂ ਦੇ ਨਾਲ ਗੱਲ ਹੋਈ ਤੇ ਉਹਨੇ ਪ੍ਰਸ਼ਨ ਕੀਤਾ, ਫਿਰ ਕਹਿਣ ਲੱਗੇ ਵੀ ਤੁਸੀਂ ਸ਼ਾਦੀ ਵਿਆਹ ਜਿਹੜੀ ਹੈ, ਹੁਣ ਜਿਹੜੇ ਸਾਡੇ ਨੌਜਵਾਨ ਜਾਣਗੇ ਤੇ ਉਹਨਾਂ ਦੀ ਸ਼ਾਦੀ ਤੇ ਜਿਹੜੀ ਹੈ ਉਹ ਤਾਂ ਹੋ ਨਹੀਂ ਸਕਦੀ, ਇੱਧਰੋਂ ਸਿੱਖ ਬਣ ਗਏ, ਇੱਧਰ ਸ਼ਾਦੀ ਨਹੀਂ ਹੋਣੀ। ਮੈਂ ਕਿਹਾ ਵੀ ਮੇਰਾ ਇੱਕ ਬੇਟਾ 3 ਬੇਟੀਆਂ, ਮੈਂ ਕਿਹਾ ਮੈਂ ਪਹਿਲਾ ਬੰਦਾ ਹੋਊਂਗਾ, ਤਿੰਨੇ ਦੀਆਂ ਤਿੰਨੇ ਲੈਵਲ ਜਿਹੜਾ ਹੈਗਾ ਆ ਉਹ ਵਿਦਿਆ ਦਾ ਲੈਵਲ ਜਿਹੜਾ ਉਹ ਹੋਣਾ ਚਾਹੀਦਾ, ਹਾਂਜੀ। ਬਾਕੀ ਕੋਈ ਗੱਲ ਨਹੀਂ, ਮੈਂ ਤੁਹਾਡੀ ਅਸੀਂ ਇੱਕ ਹੈ ਜੀ, ਬਿਲਕੁਲ। ਔਰ ਮੈਂ ਕਿਹਾ ਮੈਂ ਪਹਿਲਾਂ ਕਰਾਂਗਾ, ਔਰ ਮੇਰੇ ਵਰਗੇ ਹੋਰ ਵੀ ਹੈ। ਵੈਸੇ ਹੁਣ ਜਿੱਥੇ ਗੱਲ ਪਹੁੰਚ ਗਈ ਸਿੱਖਾਂ ਦੇ ਵਿੱਚ ਪ੍ਰੈਕਟੀਕਲੀ ਤੌਰ ਤੇ ਜਾਤ ਨਹੀਂ ਦੇਖੀ ਜਾਂਦੀ,
ਲੈਵਲ ਹੀ ਦੇਖਿਆ ਜਾਂਦਾ। ਇਹ ਬਿਲਕੁਲ ਗੱਲ ਸਹੀ। ਹੁਣ ਸਿੱਖਾਂ 'ਚ ਤਕਰੀਬਨ ਪ੍ਰੈਕਟੀਕਲ ਅਸੀਂ ਜੋ ਮਰਜ਼ੀ ਕਹੀ ਜਾਈਏ, ਸਾਡੇ ਜਾਣੀ ਕਿ ਸਿੱਖ ਭਾਈਚਾਰਿਆਂ ਦੇ ਵਿੱਚ ਇੱਕ ਭਾਈਚਾਰੇ ਤੋਂ ਦੂਜੇ ਭਾਈਚਾਰੇ 'ਚ ਆਨੰਦ ਕਾਰਜ ਹੋ ਰਿਹਾ ਆ, ਠੀਕ ਹੈ, ਆਮ ਹੋ ਰਿਹਾ ਆ, ਬਹੁਤ ਹੋ ਰਿਹਾ ਆ। ਔਰ ਅਸੀਂ ਸਿਰਫ ਜਿਹੜਾ ਦੇਖਦੇ ਹਾਂ ਲੈਵਲ ਦੇਖਦੇ ਹਾਂ, ਹਾਂ ਬਿਲਕੁਲ ਅਸੀਂ ਠੀਕ। ਜਾਤ ਬਹੁਤ ਘੱਟ ਦੇਖਦੇ ਹਾਂ, ਜਾਂ ਇਦਾਂ ਕੋਈ ਨਵੀਂ ਵੀਡੀਓ ਨੂੰ ਦੇਖਣ ਵੀ ਨਹੀਂ ਦਿੰਦੀ। ਗੱਲ ਠੀਕ ਹੈ ਨਾ? ਨਵੀਂ ਪੀੜ੍ਹੀ ਨਹੀਂ, ਮੈਂ ਇੱਕ ਗੱਲ ਜਿਹੜਾ ਨੈਰੇਟਿਵ ਬਣਾਇਆ ਗਿਆ ਹੈ ਨਾ, ਹਾਂਜੀ। ਜਿਹੜੀ ਸਾਡੀ ਸੋਚ ਦਾ ਜਿਹੜਾ ਹੈ ਸ਼ੀਸ਼ਾ ਲਾਤਾ ਜਾਂਦਾ, ਹਾਂਜੀ। ਮੈਂ ਬੇਝਿਜਕ ਹੋ ਕੇ ਕਹਿਣਾ, ਹੂੰ ਮੈਂ ਜੱਟ ਨਹੀਂ ਹਾਂ, ਲੇਕਿਨ ਮੈਂ ਇਹ ਗੱਲ ਕਹਿਣਾ ਕਿ ਜਿੰਨਾ ਗੁਰੂ ਸਾਹਿਬ ਖੱਤਰੀ ਸਨ, ਉਹਨਾਂ ਦੇ ਸੱਦੇ ਤੇ ਸਭ ਤੋਂ ਵੱਧ ਜਿਹੜੇ ਹੈ ਉਸ ਬਰਾਬਰੀ ਨੂੰ ਸਵੀਕਾਰ ਕਰਕੇ, ਜਿਨ੍ਹਾਂ ਨੇ ਨਾਲ ਬੈਠ ਕੇ ਸੰਗਤ ਦੇ ਵਿੱਚ ਉਪਦੇਸ਼ ਸੁਣਿਆ, ਪੰਗਤ 'ਚ ਬੈਠ ਕੇ ਛਕਿਆ, ਜਿਹਨੇ ਬਣਾਇਆ ਉਹ ਛਕਿਆ, ਉਹਦੇ ਵਿੱਚ ਜਿਹੜੇ ਸਭ ਤੋਂ ਵੱਧ ਜਿਹੜੇ ਆ ਉਹ ਜੱਟ ਲੋਕ ਹੀ ਆਏ। ਆ ਜੱਟ ਭਾਈਚਾਰਾ ਦੇ ਸਿੱਖੀ ਜੱਟ ਭਾਈਚਾਰਾ ਜੱਟ ਭਾਈਚਾਰਾ, ਰਾਮਗੜੀਆ ਭਾਈਚਾਰਾ, ਖੱਤਰੀ ਬੈਠੇ ਵੱਡੀ ਗਿਣਤੀ 'ਚ, ਬ੍ਰਾਹਮਣ ਵੀ ਆ ਕੇ ਬੈਠੇ, ਔਰ ਜਿਨ੍ਹਾਂ ਨੂੰ ਹਿੰਦੂ ਸ਼ੂਦਰ ਕਹਿੰਦਾ ਸੀ ਉਹ ਵੀ ਆ ਕੇ ਬੈਠੇ। ਔਰ ਚਮਕੌਰ ਦੀ ਗੜੀ ਇਸ ਗੱਲ ਦੀ ਉਦਾਹਰਨ ਆ, ਉਹਦੇ 'ਚ ਬ੍ਰਾਹਮਣ ਵੀ ਲੜ ਰਿਹਾ, ਬ੍ਰਾਹਮਣ ਵੀ ਲੜ ਰਿਹਾ, ਬਿਲਕੁਲ। ਉਹਦੇ 'ਚ ਰਵਿਦਾਸੀਆ ਵੀ ਲੜ ਰਿਹਾ, ਉਹਦੇ 'ਚ ਵਾਲਮੀਕ ਵੀ ਲੜ ਰਿਹਾ, ਉਹਦੇ ਵਿੱਚ ਜਲਾਹਾ ਵੀ ਲੜ ਰਿਹਾ, ਉਹਦੇ ਵਿੱਚ ਝੀਰ ਵੀ ਲੜ ਰਿਹਾ। ਔਰ ਸਾਰੇ ਦੇ ਸਾਰੇ ਜਿੰਨੇ ਪੰਜਾਬ ਦੇ ਭਾਈਚਾਰੇ ਸੀ, ਗੁਰੂ ਸਾਹਿਬ ਨੇ ਚਮਕੌਰ ਦੀ ਗੜੀ 'ਚ ਚਾਲੀਆਂ ਦੇ ਵਿੱਚ ਬਿਠਾ ਕੇ ਇਕੱਠੇ ਲੜਾਤੇ। ਜੱਟ ਵੀ ਲੜ ਰਿਹਾ, ਖੱਤਰੀ ਵੀ ਲੜ ਰਿਹਾ। ਇਹ ਉਹ ਸੰਘਰਸ਼ ਇਹ ਗੁਰੂ ਦੀ ਜਿਹੜੀ ਬਖਸ਼ੀ। ਔਰ ਜਦੋਂ ਪੰਗਤ ਤਾਂ ਦੂਰ ਦੀ ਗੱਲ ਰਹਿ ਗਈ ਨਾ, ਹਾਂਜੀ ਹਾਂਜੀ, ਤੁਸੀਂ ਮਰਨ ਦੇ ਵੇਲੇ ਵੀ ਇਕੱਠੇ ਆ। ਬਿਲਕੁਲ ਸਹੀ, ਬਿਲਕੁਲ ਸਹੀ ਗੱਲ। ਆਮ ਤੌਰ ਤੇ ਜਿਹੜਾ ਵਿਰੋਧੀ ਸੋ ਕਹਿੰਦਾ ਸੀ ਪੰਗਤ 'ਚ ਸਤਿਗੁਰ ਨੇ ਇਕੱਠੇ ਬਿਠਾਤੇ, ਜਦੋਂ ਸਿਰ ਤੇ ਪੈਣਗੇ ਉਦੋਂ ਇਕੱਠੇ ਨਹੀਂ ਹੋਣਗੇ, ਲਹੂ ਕਿੱਦਾਂ ਇਕੱਠਾ ਡੋਲਣਗੇ। ਉਹ ਕਹਿੰਦੇ ਸਤਿਗੁਰ ਕਹਿੰਦੇ ਸ਼ਹੀਦ ਵੀ ਇਕੱਠੇ ਹੋਣਗੇ। ਬਿਲਕੁਲ ਗੱਲ। ਤੁਸੀਂ ਕਹਿੰਦੇ ਮੜੀ ਦੀ ਇਕੱਠੀ ਬਣਨ ਦੇਣੀ, ਹਾਂ, ਇਹ ਸਤਿਗੁਰ ਕਹਿੰਦੇ ਸ਼ਹੀਦ ਵੀ ਇਕੱਠੇ ਹੋਣਗੇ। ਹਾਂ ਬਿਲਕੁਲ ਸਹੀ। ਔਰ ਇਹ ਹੋਏ ਚਮਕੌਰ ਦੀ ਗੜੀ 'ਚ ਹੋਏ। ਹਾਂਜੀ ਹਾਂਜੀ, ਫਿਰ ਉੱਥੇ ਉਹ ਗੱਲ ਕਰ ਰਹੇ ਸਾਂ ਆਪਾਂ ਉੱਥੇ ਹੀ, ਤਾਂ ਉਹਨਾਂ ਨੂੰ ਜਦੋਂ ਇਹ ਗੱਲ ਹੋ ਗਈ ਤੇ ਫਿਰ ਮੈਂ ਦੇਖਿਆ ਵੀ ਐਵੇਂ ਉਹ ਜਿਹੜੇ ਫालतू ਸਵਾਲ ਜਿਹੜੇ ਆ ਉਹ ਕਰ ਰਹੇ ਆ। ਮੈਂ ਕਿਹਾ ਕਿ ਦੇਖੋ ਅਸੀਂ ਵਾਪਸ ਵੀ ਜਾਣਾ ਹੈਗਾ, ਤੇ ਬਾਬਾ ਪੁਰਸ਼ੋਤਮ ਨੰਦ ਜੀ, ਮੈਂ ਤੇ ਆਪ ਦੇ ਵਿੱਚੋਂ ਭਗਤ ਰਵਿਦਾਸ ਜੀ ਦੇ ਦਰਸ਼ਨ ਕੀਤੇ ਨੇ, ਅੱਜ ਉਹਨਾਂ ਰਹਿਬਰਾਂ ਦੇ ਦਰਸ਼ਨ ਹੋਏ। ਠੀਕ ਆ। ਇਹ ਗੱਲ ਮੈਂ ਬਨਾਵਟੀ ਨਹੀਂ ਕਹੀ ਸੀਗੀ, ਇਹ ਬਿਲਕੁਲ ਮੇਰੇ ਦਿਲ ਦੀ ਗੱਲ ਸੀਗੀ ਕਿ ਵਾਕਿਆ ਹੀ। ਔਰ ਮੈਂ ਕਿਹਾ ਜਿਹੜਾ ਕੰਮ ਡਾਕਟਰ ਅੰਬੇਦਕਰ ਦੇ ਵੇਲੇ ਨਹੀਂ ਹੋਇਆ ਉਹ ਤੁਸੀਂ ਕਰੋਗੇ ਜੀ। ਹਾਂਜੀ, ਔਰ ਤੁਸੀਂ ਦੱਸੋ ਤੁਹਾਡਾ ਕੀ ਨਿਰਣਾ, ਜੋ ਕੁਛ ਅਸੀਂ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ। ਉਹ ਖੜੇ ਹੋਏ ਸਾਧ ਸੰਗਤ ਔਰ ਖੜ ਕੇ ਉਹਨਾਂ ਨੇ ਕਿਹਾ ਵੀ ਸਾਰਾ ਮੇਰਾ ਸਮਾਜ ਜਿਹੜਾ ਇੱਥੇ ਬੈਠੇ ਆ, ਔਰ ਇੱਥੇ ਕਬੀਰ ਪੰਥੀ ਵੀ ਬੈਠੇ ਆ, ਨਾਮਦੇਵ ਵਾਲੇ ਵੀ ਬੈਠੇ ਆ, ਹਾਂਜੀ। ਔਰ ਮੈਂ ਤੇ ਜੋ ਸੋਚ ਰਿਹਾ ਸੀ ਇੱਧਰ ਜਾਈਏ ਇੱਧਰ ਜਾਈਏ, ਬਿਲਕੁਲ ਮੇਰਾ ਫੈਸਲਾ, ਮੈਂ ਸਿੱਖ ਬਣਨ ਦਾ ਫੈਸਲਾ ਕਰ ਲਿਆ ਜੀ। ਉਹਨਾਂ ਨੇ ਇਹ ਕਿਹਾ, ਮੈਂ ਜਕਾਰਾ ਛੱਡਿਆ। ਹਾਂਜੀ ਹਾਂਜੀ, ਜਕਾਰੇ ਦਾ ਜਵਾਬ ਵੀ ਤੇ ਸਾਡੇ ਜਿਹੜੇ ਨਾਲ ਸੀਗੇ ਉਹਨਾਂ ਨੇ ਦਿੱਤਾ, ਕਿਉਂਕਿ ਉਹਨਾਂ ਤੇ ਅਜੇ ਬੁਲਾਉਣਾ ਹੀ ਨਹੀਂ ਸੀ ਆਉਂਦਾ। ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਮੈਨੂੰ ਇੱਕ ਗੱਲ ਉੱਥੇ ਕਹੀ, ਕਹਿੰਦੇ ਵੀ ਭਾਈਓ ਬੱਚੋ, मैं दिल्ली में गया और शीशगंज में गया। शीशगंज गया तो वहाँ पर मैंने कहा कि माथा टेकना है, तो वो बोले कि इधर आ जाओ, पहले इधर जो है ना जोड़ा इधर ला दो। वो जोड़ा समझे नहीं, कहते ये जो बूट है ये इधर ला दो। अच्छा, कहते कि जिसके पास मैं बूट दिए वो इतना रिच होगा, कितना कि उसके घड़ी भी सोने की और गले में भी, और उसने वो मेरे ऐसे इतने सत्कार से बूट पकड़े हैं जी। और मैं हैरान हो गया। और फिर मैं उनको बोला कि कहाँ, कहते यहाँ पर हाथ धो लो। हाथ धुलाए, वो साथ गया और साथ जाकर मैंने माथा टेका और परिक्रमा की, प्रसाद लिया और वहाँ पर बैठा। और फिर मैंने कहा भी अब चलना है। जाकर जब शू लिए, बूट लिए, तो वो पॉलिश किए हुए थे। ਕਿੱਥੇ ਯਾਨੀ ਕਿ ਉਦੋਂ ਉਹ ਕਹਿੰਦਾ ਮੇਰੇ ਭਾਈਚਾਰੇ ਨੂੰ ਇਧਰ ਮੰਦਿਰ 'ਚ ਨਹੀਂ ਵੜਨ ਦਿੱਤਾ ਜਾਂਦਾ, ਤੇ ਕਿੱਥੇ ਜਦੋਂ ਮੈਂ ਗੁਰਦੁਆਰੇ 'ਚ ਗਿਆ ਤੇ ਉਹਨਾਂ ਨੇ ਬੂਟ ਤੱਕ ਵੀ ਯਾਨੀ ਕਿ ਪਾਲਿਸ਼ ਕੀਤੇ ਪਏ ਸੀਗੇ ਔਰ ਸਰਕਾਰ ਨੇ ਅੰਦਰ ਲੈ ਗਏ। ਇਹ ਫਰਕ ਉਹਨੇ ਦੱਸਿਆ। ਹਾਂਜੀ, ਫਿਰ ਉਹਨੇ ਇੱਕ ਗੱਲ ਜਿਹੜੀ ਹੋਰ ਕਹੀ ਕਿ ਮੈਂ ਗੱਡੀ ਦੇ ਵਿੱਚ ਸੀ, ਮੈਂ ਖੜਾ ਸੀ, ਇੱਕ ਨੇ ਮੇਰਾ
पहरावा देख के नाल जगह देती, आओ बाबा जी यहाँ पर बराजिए। मैं बैठ गया, बातचीत शुरू हुई और पूछने लगे नाम क्या है। मैंने कहा कि पुरुषोत्तम नंद है। और फिर कहाँ से हैं? मैंने कहा कि कुम्हेर से हैं। अच्छा, कुम्हेर से हैं, कौन सी जाति से हैं? हैं जी? मैंने कहा भी संत की तो कोई जाति नहीं होती, हैं जी? नहीं फिर भी, तो फिर मैंने कहा कि भी मैं जाटव हूँ। जाटव मींस? हाँ। अच्छा, जाटव ਦਾ अर्थ ਕੀ ਆ? वो भी मैं दसदा, कहते भी जाटव हूँ। तो वो उठकर खड़े हो गए हैं, इधर उधर हो गए भी जाटव हैं, क्योंकि जो चमार भाईचारा है, चरमकार भाईचारा है, उसको हम आदर से रविदासिया बोलते हैं जी, हैं जी, रविदासी भाईचारा बोलते हैं। और वहाँ पर जाटव बोलते हैं, क्यों बोलते हैं ये, हाँ हुण मैं पंजाबी दे विच गल करां, हाँ जी, कि वो तां करके बोलते हैं गुरु प्यारिओ, ये जिहड़ी रियासत सी, जो भरतपुर रियासत, धौलपुर रियासत और दोहिद जो धौलपुर का किला है, ये जिहड़ियां रियासतां ने ये जाट रियासतां सन। हाँ जी। और जाटां दे नाल उत्थे की कुछ होया है, ये जाटां नूं पता, आपां ते इत्थे बन गए सिख, जट ते बन गए सिख, उन्हां थावां थाणी, उन्हां मुश्किलां थाणी नहीं लंघे। राजस्थान दे विच ਉਹ ਬੰਦੇ ਅੱਜ ਵੀ ਜਿਉਂਦੇ ਆ ਜਿਨ੍ਹਾਂ ਨੂੰ ਰਾਜਪੂਤ ਭਾਈਚਾਰਾ ਸਿੰਘ ਨਹੀਂ ਸੀ ਨਾਂ ਦਿੰਦਾ, ਨਹੀਂ ਲਾਉਣ ਦਿੰਦਾ, ਹੈ ਜੀ, ਬਿਲਕੁਲ ਜਾਟ ਨੂੰ ਨਹੀਂ ਸੀ ਲਾਉਣ ਨਹੀਂ ਲਾਉਣ ਦਿੰਦਾ ਸੀਗਾ, ਔਰ ਨਾਲ ਬਰਾਬਰ ਤੇ ਕੁਰਸੀ ਤੇ ਨਹੀਂ ਬੈਠ ਸਕਦਾ ਜੀ, ਹੈ ਜੀ। ਉਹ ਆਪਣੇ ਸੰਘਰਸ਼ਾਂ ਦੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ ਆ ਔਰ ਲੈਕਚਰ ਹੈਗੇ ਨੇ। ਪੰਜਾਬ 'ਚ ਤਾਂ ਸਾਨੂੰ ਸਰਦਾਰੀਆਂ ਬੜੀ ਸੌਖੀਆਂ ਮਿਲ ਗਈਆਂ, ਸਰਦਾਰੀਆਂ ਗੁਰੂ ਨੇ ਸੌਖੀਆਂ ਇਦਾਂ ਮਿਲ ਗਈਆਂ ਕਿ ਗੁਰੂ ਸਾਹਿਬ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ। ਹਾਂਜੀ, ਪੂਰਿਆਂ ਵਾਲੇ ਰਾਜੇ ਕੀਤੇ, ਹਾਂਜੀ ਹਾਂਜੀ, जिनकी जात और कुलमाही सिरदारी ने भईकदाही इन्हीं को सरदार बनाऊं तबे गोबिंद सिंह नाम कहूं जी। तो वो उस वेले ग्रेट महाराजा सूरजमल उन्हां दा राज सीगा जी। उन्हां ने ਜਿਹੜੇ ਸਭ ਤੋਂ ਪਹਿਲਾਂ ਜਿਹੜੀ ਹੈ ਭਰਤੀ ਆਪਣੀ ਫੌਜੀ ਭਰਤੀ ਆਮ ਗਰੀਬ ਲੋਕਾਂ ਚੋਂ ਕੀਤੀ ਜੀ। ਅੱਛਾ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੈ ਉਸ ਵੇਲੇ ਜੋ ਕੋਸ਼ਾਧਿਅਕਸ਼ ਸੀਗਾ, ਜਿਹਨੂੰ ਵਿੱਤ ਮੰਤਰੀ ਕਹਿੰਦੇ ਨੇ, ਉਹ ਜਿਹੜਾ ਹੈ ਉਹ ਚਮਾਰ ਜਾਤੀ ਜਾਂ ਜਾਟਵ ਭਾਈਚਾਰੇ ਦੇ ਵਿੱਚੋਂ ਲਿਆ। ਜਾਟਵ ਬਾਅਦ ਦੇ ਵਿੱਚ ਬਣਦੇ ਆ। ਹਾਂਜੀ, ਉਹਨਾਂ ਦਾ ਉਹ 62 ਦੇ ਵਿੱਚ ਸ਼ਹੀਦ ਹੁੰਦੇ ਨੇ, 1762 ਦੇ ਵਿੱਚ। 1762 ਤੋਂ ਬਾਅਦ ਉਹਨਾਂ ਦਾ ਪੁੱਤਰ ਜਿਹੜਾ ਹੈ ਜਵਾਹਰ ਸਿੰਘ, ਹਾਂਜੀ, ਜਿਸ ਦੇ ਨਾਲ ਰਲ ਕੇ ਦਲ ਖਾਲਸਾ ਨੇ ਕਈ ਵਾਰ ਉਹਦਾ ਰਾਜ ਬਚਾਇਆ ਜੀ ਜੀ। ਔਰ ਉਹ ਫਿਰ ਤਾਂ ਹੀ ਸਿੰਘ ਸ਼ਬਦ ਜਿਹੜਾ ਹੈਗਾ ਆ ਉਹ ਉਹਨਾਂ ਦੇ ਨਾਲ ਲੱਗਣਾ ਸ਼ੁਰੂ ਹੋਇਆ। ਬਿਲਕੁਲ ਸਹੀ, ਹਾਂਜੀ। ਔਰ ਉਹ ਜਦੋਂ ਲੜਨ ਵਾਸਤੇ ਦਿੱਲੀ ਦੇ ਵਿੱਚ ਗਏ ਤੇ ਅੱਗਿਓਂ ਤੋਪਖਾਨਾ ਚੱਲ ਪਿਆ, ਘੋੜਸਵਾਰ ਜਿਹੜੇ ਆ ਉਹ ਭੱਜ ਨਿਕਲੇ, ਜਿਹੜੇ ਪੈਦਲ ਸਨ ਇਹ ਛੋਟੀਆਂ ਜਾਤੀਆਂ ਵਾਲੇ, ਹਾਂਜੀ, ਇਹ ਜਿਹੜੇ ਆ ਇਹ ਉੱਥੇ ਅੜ ਗਏ। ਇਹਨਾਂ ਨੇ ਉੱਥੇ ਲੁਕ ਲੱਗ ਕੇ ਆਪਣਾ ਜਿਹੜਾ ਬਚਾਇਆ ਝਾੜ ਝਿੰਡੇ ਦੇ ਵਿੱਚ ਹੀ। ਤੇ ਉਹ ਜਿਹੜੇ ਜਦੋਂ ਇਹਨਾਂ ਨੇ ਦੇਖਿਆ ਵੀ ਇਹ ਸਾਰੀ ਸੈਨਾ ਅੱਗੇ ਚਲੇ ਗਈ ਹੈ ਤੇ ਪਿੱਛੇ ਤੇ ਤੋਪਾਂ ਦੇ ਕੋਲ ਬਹੁਤੇ ਨਹੀਂ ਹੈ, ਇਹਨਾਂ ਦਾ ਜਿਹੜਾ ਅਗਵਾਈ ਕਰਨ ਵਾਲਾ ਸੀਗਾ ਉਹਨਾਂ ਨੇ ਜਾ ਕੇ ਉਹ ਤੋਪਾਂ ਦੇ ਉੱਤੇ ਹਮਲਾ ਕੀਤਾ ਜੀ। ਤੋ ਜਿਹੜੇ ਤੋਪਚੀ ਸੀਗੇ ਉਹਨਾਂ ਕੋਲ ਤੋਪਾਂ ਲੈ ਲਈਆਂ, ਕਿਉਂਕਿ ਫੌਜ ਦੇ ਵਿੱਚ ਰਹਿੰਦੇ ਆ ਇੰਨੀ ਕਿਤੇ ਅਕਲ ਆ ਹੀ ਜਾਂਦੀ ਆ। ਉਹ ਜਿਹੜੇ ਉਹਨਾਂ ਨੇ ਉਹ ਪਲੀਤੇ ਸੀਗੇ, ਹਾਂਜੀ, ਜਿਹੜੀਆਂ ਅੱਗ ਲਾ ਕੇ ਆਪਣਾ ਵੀ ਹੁਣ ਭਰੀਆਂ ਤੇ ਪਈਆਂ ਸੀਗੀਆਂ, ਉਹ ਉਹਨਾਂ ਨੇ ਜਿੱਧਰ ਨੂੰ ਉਧਰ ਨੂੰ ਮੂੰਹ ਸੀਗਾ ਉਹ ਦਾਗ ਦਿੱਤੀਆਂ। ਜੋ ਚੱਲੀਆਂ ਤੋਪਾਂ, ਪਹਿਲਾਂ ਉਹਨਾਂ ਨੂੰ ਭਜਾ ਲਿਆ, ਆਪ ਕਬਜ਼ਾ ਕਰ ਲਿਆ। ਜੋ ਤੋਪਾਂ ਚੱਲੀਆਂ ਤੇ ਜਿਹੜੀ ਮੁਗਰੀਆ ਸੈਨਾ ਸੀ ਉਹ ਉਹਨਾਂ ਨੇ ਕਿਹਾ ਵੀ ਇਹ ਤੇ ਸਾਨੂੰ ਇੱਕ ਨੀਤੀ ਦੇ ਤਹਿਤ ਉਹ ਭੱਜ ਗਿਆ, ਪਿੱਛੋਂ ਸਾਡੇ ਹਮਲਾ ਹੋ ਗਿਆ ਹੈ। ਤੋ ਉਹ ਜਿੱਧਰ ਨੂੰ ਮੂੰਹ ਆਇਆ ਉਧਰ ਨੂੰ ਭੱਜ ਗਿਆ। ਤੇ ਬਾਅਦ ਦੇ ਵਿੱਚ ਉਹ ਸੈਨਾਵਾਂ ਵੀ ਜਿਹੜੀਆਂ ਸੀਗੀਆਂ ਜਾਟ ਸੈਨਾਵਾਂ ਜਿਹੜੀਆਂ ਘੋੜਸਵਾਰ ਉਹ ਮੁੜ ਕੇ ਉਹ ਪਤਾ ਲੱਗਾ ਵੀ ਉਹ ਜਿਹੜੀਆਂ ਤੋਪਾਂ ਕਿਹਨਾਂ ਨੇ ਚਲਾਈਆਂ ਤੇ ਉਹਨਾਂ ਨੂੰ ਫਿਰ ਨਾਲ ਹੀ ਜਿਹੜਾ ਹੈਗਾ ਦਿੱਲੀ ਦੇ ਵਿੱਚੋਂ ਬਹੁਤ ਸਾਰਾ ਸਮਾਨ ਜਿਹੜਾ ਲਿਆ ਔਰ ਉੱਥੇ ਦਿੱਲੀ ਦੀ ਲੁੱਟ ਹੋਈ, ਉਹ ਅਜੇ ਤੱਕ ਵੀ ਉੱਥੇ ਪਿਆ ਹੈ। ਔਰ ਇਸ ਢੰਗ ਨਾਲ ਜਦੋਂ ਫਿਰ ਦੀਵਾਨ ਲਾ ਕੇ ਮਹਾਰਾਜਾ ਜਵਾਹਰ ਸਿੰਘ ਨੇ ਇਹ ਗੱਲ ਉਹਨਾਂ ਨੂੰ ਜਾਟ ਦਾ ਖਿਤਾਬ ਦਿੱਤਾ, ਇਹ ਗੱਲ ਜਿਹੜੀ ਹੈ ਕਿ ਅੱਜ ਤੋਂ ਪਹਿਲਾਂ ਅੱਜ ਤੋਂ ਬਾਅਦ ਕੋਈ ਵੀ ਇਹਨਾਂ ਨੂੰ
ਇਹਨਾਂ ਦੀ ਜਾਤੀ ਦੇ ਨਾਮ ਦੇ ਨਾਲ ਨਹੀਂ, ਅਸੀਂ ਜਾਟ ਹੈ, ਇਹ ਸਾਡੇ ਭਰਾ ਤੋਂ ਵੱਧ ਕੇ ਆ ਜੱਟ ਵਿਆ। ਹਾਂ, ਇਹ ਗੱਲ ਮੈਨੂੰ ਜੱਟ ਤੋਂ ਵੱਧ ਹਾਂ, ਇਹ ਗੱਲ ਮੈਨੂੰ ਪਿਤਾ ਪੁਰਖੀ ਜਿਹੜੀ ਔਰ ਲਿਖਤੀ ਤੌਰ ਦੇ ਉੱਤੇ ਜਿਹੜੀ ਸੰਤ ਪੁਰਸ਼ੋਤਮ ਨੰਦ ਜੀ ਨੇ ਦੱਸੀ ਜੀ, ਦੱਸਿਆ ਜੀ। ਇਹ ਗੱਲ ਖਾਸ ਤੌਰ ਤੇ ਜਿਹੜੀ ਕਰਨੀ ਚਾਹਾਂਗੇ, ਕਿਉਂਕਿ ਤੁਸੀਂ ਜਦੋਂ ਉਹਨਾਂ ਉੱਥੇ ਗਏ ਆ, ਉਹ ਰਵਿਦਾਸੀਆ ਭਾਈਚਾਰਾ ਸੀ, ਚਲੋ ਹਿੰਦੂ ਭਾਈਚਾਰੇ ਨਾਲ ਜੁੜਦੀ ਗੱਲ ਸੀ, ਜੱਟ ਤੋਂ ਬਾਅਦ ਚ ਬਣ ਗਿਆ। ਉਹਨਾਂ ਜਾ ਕੇ ਸਿੱਖੀ ਦੀ ਗੱਲ ਤੋਰੇ, ਸਿੱਖੀ ਕਨਵਰਸ਼ਨ ਦੀ, ਹਾਂਜੀ ਹਾਂਜੀ, ਇਹ ਕਨਵਰਸ਼ਨ ਜਿਹੜੀ ਆ ਬਾਹਰੋਂ ਅੰਦਰ ਵੱਲ ਨੂੰ, ਹਾਂਜੀ ਇਹਦੀ ਕਿੰਨੀ ਕੁ ਆਗਿਆ ਦਿੰਦੀ, ਕਿਉਂਕਿ ਬਾਹਰ ਨੂੰ ਤਾਂ ਅਸੀਂ ਜਾ ਹੀ ਰਹੇ ਹਾਂ, ਬਾਹਰ ਤਾਂ ਸਾਡੇ ਸਿੱਖਾਂ ਦੇ ਵਿੱਚ ਕੋਈ ਕ੍ਰਿਸਚਨ ਬਣਦਾ ਜਾ ਰਿਹਾ, ਕੋਈ ਮੁਸਲਿਮ ਬਣਦਾ ਜਾ ਰਿਹਾ। ਪੰਜਾਬ ਦੀ ਧਰਤੀ ਤੇ ਹੀ ਇਹ ਲੱਭਦਾ ਹੀ ਕੋਈ ਨਹੀਂ ਹੈਗਾ, ਯਾਨੀ ਕਿ ਕੋਈ ਪਿੰਡ ਇਹੋ ਜਿਹਾ ਨਹੀਂ ਲੱਭਦਾ ਜਿੱਥੇ ਸਿੱਖ ਕ੍ਰਿਸਚਨ ਨਾ ਬਣਦੇ ਜਾ ਰਹੇ ਹਨ ਅੱਜ ਦੇ ਸਮੇਂ 'ਚ। ਪਰ ਇਹ ਅੰਦਰੋਂ ਬਾਹਰ ਜਾਣ ਵਾਲੀ ਗੱਲ ਆ, ਪਰ ਬਾਹਰੋਂ ਅੰਦਰ ਨੂੰ ਜਿਹੜੀ ਕਨਵਰਸ਼ਨ ਲਿਆਉਂਦੀ ਹੈ ਵੀ ਸਿੱਖ ਕਿੱਦਾਂ ਸਿੱਖਾਂ ਨੂੰ ਬਾਹਰੋਂ ਬਣਾਇਆ ਜਾ ਸਕਦਾ, ਜੇ ਬਣਾਇਆ ਜਾ ਸਕਦਾ ਕਿ ਸਿੱਖੀ ਦੀ ਇਜਾਜ਼ਤ ਦਿੰਦੀ ਆ, ਕਿ ਗੁਰਮਤਿ ਸਿਧਾਂਤ ਦੀ ਇਜਾਜ਼ਤ ਦਿੰਦੀ ਦੇਖੋ ਆ। ਦੇਖੋ ਇਹ ਤਾਂ ਸਿੱਧਾ ਸਪਸ਼ਟ ਹੈ ਤੇ ਪੁੱਛਣ ਦੀ ਲੋੜ ਨਹੀਂ ਹੈ ਹਾਂਜੀ। ਕਿ ਜਦੋਂ ਜਿਹੜੇ ਲੋਕ ਵੀ ਸਿੱਖੀ 'ਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਆਏ, ਹਾਂਜੀ, ਹਾਂਜੀ, ਉਹ ਕਿਸੇ ਨਾ ਕਿਸੇ ਧਰਮ ਦੇ ਵਿੱਚੋਂ ਸੀਗੇ ਜੀ, ਔਰ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਧਰਮ ਜਿਹੜਾ ਸਨਾਤਨ ਧਰਮ ਸੀ, ਜਿਹਦੇ ਵਿੱਚੋਂ ਸਿੱਖ ਬਣੇ ਲੋਕ, ਜਿਹਦੇ ਵਿੱਚੋਂ ਸਿੱਖ ਬਣੇ। ਪਰ ਗੁਰੂ ਸਾਹਿਬ ਵਾਲੇ ਤਾਂ ਮੁਸਲਮਾਨ ਵੀ ਸਿੱਖ ਬਣੇ ਨਾ। ਨਹੀਂ, ਉਹ ਬਣੇ ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਔਰ ਉਹਨਾਂ ਦੇ ਬੜੇ ਵੱਡੇ ਜਿਹੜੇ ਯੋਗਦਾਨ ਨਾਮਣੇ ਵਾਲੇ ਬਣੇ। ਹਾਂਜੀ, ਹਾਂ। ਪਹਿਲਾਂ ਤੇ ਅਸੀਂ ਕਹਿ ਲਈਏ ਵੀ ਰਾਏ ਬੁਲਾਰ ਨੇ ਜਿੰਨਾ ਆਰਥਿਕ ਤੌਰ ਤੇ ਯੋਗਦਾਨ ਦਿੱਤਾ ਹੈ, ਉਹ ਬਿਗ ਮਤਲਬ ਸਿੱਖੀ ਕਹਿੰਦਾ ਜੀ ਗੁਰੂ ਨਾਨਕ ਸਾਹਿਬ ਦਾ, ਸਿੱਖੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਹਾਂਜੀ, ਹਾਂ, ਭਾਈ ਮਰਦਾਨਾ ਜੀ ਬਾਰੇ ਵੀ ਲਿਖਿਆ ਤੇ ਦੌਲਤ ਖਾਨ ਉਹ ਸਿੱਖੀ ਸੀਗੇ, ਸਾਡੇ ਤੋਂ ਨਹੀਂ ਸਾਂਭੇਗਾ, ਗੱਲ ਵੱਖਰੀ। ਸਾਡੇ ਨਾਲ ਤਾਂ ਕਿਤੇ ਵਧੀਆ, ਨਹੀਂ ਨਾਲੇ ਸਾਡੇ ਤੋਂ ਨਹੀਂ ਸਾਂਭੇਗੀ ਉਹ ਭਰਾ ਨੇ, ਇਹ ਗੱਲ ਸਾਡਾ ਬਿਲਕੁਲ ਅਸੀਂ, ਪਰ ਉਹ ਸਿੱਖੀ ਸੀ। ਤੇ ਉਹ ਜਿਹੜਾ ਹੁਣ ਜੇਕਰ ਕੋਈ ਕਹਿੰਦਾ ਨਹੀਂ ਜੀ ਕਨਵਰਸ਼ਨ ਨਹੀਂ, ਅਸੀਂ ਕੋਈ ਅਸਮਾਨੋਂ ਤੇ ਉਤਰੇ ਨਹੀਂ ਜਾਂ ਆਦਿਵਾਸੀਆਂ ਚੋਂ ਅਸੀਂ ਬਣੇ ਨਹੀਂ, ਪਹਿਲਾਂ ਧਰਮ ਸਨ, ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਆ ਬਿਲਕੁਲ। ਇਸ ਕਰਕੇ ਕੋਈ, ਮੈਂ ਤੁਹਾਨੂੰ ਜਾਣ ਕੇ ਸਵਾਲ ਪੁੱਛਿਆ ਕਿਉਂਕਿ ਸਾਡੇ ਬਹੁਤ ਸਾਰੇ ਪ੍ਰਚਾਰਕ, ਸਾਡੇ ਬਹੁਤ ਸਾਰੇ ਬੁੱਧੀਜੀਵੀ ਕਹਿੰਦੇ ਕਿ ਸਿੱਖੀ ਦੇ ਵਿੱਚ ਕਨਵਰਸ਼ਨ ਹੈ ਹੀ ਨਹੀਂ, ਅਸੀਂ ਬਾਹਰੋਂ ਸਿੱਖ ਬਣਾ ਨਹੀਂ ਸਕਦੇ। ਭਾਈ ਜੇ ਨਹੀਂ ਬਣਾ ਸਕਦੇ ਤੇ ਗੁਰੂ ਨਾਨਕ ਸਾਹਿਬ ਦੇ ਵੇਲੇ ਕਰੋੜਾਂ ਸਿੱਖ ਕਿੱਥੋਂ ਬਣ ਗਿਆ? ਹਾਂ ਬਿਲਕੁਲ। ਗੁਰੂ ਸਾਹਿਬ ਦੇ ਵੇਲੇ ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਦੀਆਂ ਦਾਤਾਂ ਦਿੱਤੀਆਂ, ਆ ਕੇ ਲੋਕੀ ਸਿੱਖ ਬਣਦੇ ਰਹੇ, ਔਰ ਗੁਰੂ ਸਾਹਿਬ ਦੇ ਵੇਲੇ ਸਾਡੇ ਕੋਲ ਉਦਾਹਰਨਾਂ ਮਿਲਦੀਆਂ ਹਿੰਦੂ ਸਨਾਤਨ ਧਰਮਾਂ ਤੇ ਸਿੱਖ ਬਣਨਾ ਹੀ ਬਣਨਾ ਸੀਗਾ। ਠੀਕ ਹੈ, ਕਿਉਂਕਿ ਉਹਨਾਂ ਦੇ ਸਿਧਾਂਤ ਦੀ ਗਾਂ ਗੱਲ ਤੋਰੀ ਜਾ ਰਹੀ ਸੀ, ਉਹਨਾਂ ਦੇ ਬਚਾਅ ਦੀ ਗੱਲ ਗਾਂ ਤੋਰੀ ਜਾ ਰਹੀ ਸੀ। ਨਹੀਂ, ਉਹਨਾਂ ਦੇ ਦੇਖੋ, ਉਹਨਾਂ ਦੇ ਸਮਝ ਲਓ ਕਿ ਜਿਹੜਾ ਜਿਹਨੂੰ ਅਸੀਂ ਸਨਾਤਨੀ ਕਹਿੰਦੇ ਜਾਂ ਹਿੰਦੂ ਕਹਿੰਦੇ ਆ, ਅਸਲ ਦੇ ਵਿੱਚ ਉਹ ਵਰਨ ਵੰਡਾਂ ਦੇ ਵਿੱਚ ਵੰਡਿਆ ਹੋਇਆ ਸਮਾਜ, ਜਿਹਦੇ ਵਿੱਚ ਜਿਹੜੇ 3 ਹਿੱਸੇ ਸਨ ਵਿਕਟਿਮਾਈਜ਼ ਹੋਏ। ਜੀ, ਹਾਂਜੀ ਹਾਂਜੀ ਹਾਂਜੀ। ਔਰ ਉਹ ਜਿਹੜੇ ਲੋਕ ਆ ਉਹ ਆਏ ਜਿਹੜੇ ਬ੍ਰਾਹਮਣ ਵੀ ਸਿੱਖ ਬਣੇ, ਪਰ ਉਹ ਕਿਹੜੇ ਬਣੇ? ਜਿਹੜੇ ਸੱਚੇ ਸੁੱਚੀ ਆਤਮਾ ਵਾਲੇ। ਜੀ ਜੀ ਬਿਲਕੁਲ, ਜੀ ਬਿਲਕੁਲ। ਹਾਂ, ਉਹ ਇਹ ਗੁਰੂ ਸਾਹਿਬ ਦੇ ਲਈ ਕ੍ਰਿਸਚਨ ਸਿੱਖ ਬਣੇ, ਮੁਸਲਿਮ ਸਿੱਖ ਬਣੇ, ਹਿੰਦੂ ਸਿੱਖ ਬਣੇ, ਬੋਧੀ ਸਿੱਖ ਬਣੇ, ਜੈਨੀ ਸਿੱਖ ਬਣੇ, ਇਹ ਪਾਰਸੀ ਸਿੱਖ ਬਣੇ, ਔਰ ਬਹੁਤ ਸਾਰੇ ਸੂਫੀ ਫਕੀਰ ਸਿੱਖ ਬਣੇ। ਹਾਂ ਬਿਲਕੁਲ, ਮਤਲਬ ਜਿਹੜੀ ਇਹ ਗੱਲ ਉਹਨਾਂ ਦੀਆਂ ਸੰਪਰਦਾਵਾਂ ਚੱਲੀਆਂ, ਉੱਚਦੀ ਪੀਰ ਸੰਪਰਦਾ, ਸਾਰੇ ਜਿਹੜੇ ਸੀਗੇ। ਸੋ ਸਾਡੇ ਵਿੱਚ ਕਨਵਰਸ਼ਨ ਜਿਹੜੀ ਆ ਉਹ ਮਨਾ ਨਹੀਂ ਹੈਗੀ ਆ ਨਾ, ਉਹ ਤੋਂ ਬਿਨਾਂ ਤੇ ਸਿੱਖ ਧਰਮ ਦੀ ਹੋਂਦ ਹੀ ਨਹੀਂ ਆ ਸਕਦੀ। ਜੇਕਰ 2 ਕਰੋੜ ਜਿਹੜੇ ਹੈਗੇ ਆ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੇਲੇ ਬਣ ਗਏ, ਇਹ ਦੂਜਿਆਂ ਦੀਆਂ ਜਿਹੜੀਆਂ ਪਿਛੇਨਗੋਈਆਂ ਨੇ ਉਹਨਾਂ ਦੀ ਜਿਹੜੀ ਹੈ ਇਹ ਨਹੀਂ, ਮਿਰਜ਼ਾ ਅਹਿਮਦ ਕਾਦੀਆ ਤਾਂ ਕਹਿੰਦਾ ਜੀ 9 ਕਰੋੜ ਬਣ ਗਿਆ ਉਹਨਾਂ ਨੂੰ। ਉਹ ਤੇ 9 ਕਰੋੜ ਦੀ ਗੱਲ ਕਰਦਾ, 6ਵੇਂ ਪਾਤਸ਼ਾਹ ਵੇਲੇ 6 ਕਰੋੜ, ਹਾਂ ਇਦਾਂ ਕਰਦੇ ਉਹ ਦੱਸਦੇ ਹੈਗੇ। ਬਿਲਕੁਲ ਗੱਲ ਸਹੀ ਹੈ। ਹਾਂਜੀ। ਸੋ ਇੱਕ ਗੱਲ ਜਿਹੜੀ ਮੇਰਾ ਸਮਾਂ ਹੁੰਦਾ ਯਾਰ, ਗੱਲ ਕੋਈ ਹੋਰ ਤੋਰਨ ਤੋਂ ਬਿਨਾਂ ਇੱਕ ਗੱਲ ਕਹਿ ਦਈਏ ਕਿ ਕਨਵਰਸ਼ਨ ਦੀ ਗੱਲ, ਕਿਉਂਕਿ ਗਿਆਨੀ ਗੁਰਮੀਤ ਸਿੰਘ ਗੌਰਵ ਨੇ ਜਾ ਕੇ ਦੂਜੇ ਭਾਈਚਾਰਿਆਂ 'ਚ, ਦੂਜੇ ਧਰਮਾਂ 'ਚ ਜਾ ਕੇ ਸਿੱਖੀ ਦੇ ਪ੍ਰਚਾਰ ਦੀ ਗੱਲ ਤੋਰੀ ਹੈ, ਔਰ ਬਹੁਤ ਵਿਰਲੇ ਪ੍ਰਚਾਰਕ ਨੇ ਜਿਨ੍ਹਾਂ ਨੇ ਗੱਲ ਤੋਰੀ, ਉਹਨਾਂ ਵਿਰਲਿਆਂ 'ਚੋਂ ਵਿਰਲੇ ਨੇ ਗਿਆਨੀ ਗੁਰਮੀਤ ਸਿੰਘ ਗੌਰਵ ਜੀ। ਔਰ ਇੱਕ ਗੱਲ ਮੈਂ ਖਾਸ ਤੌਰ 'ਤੇ ਕਹਿਣਾ ਚਾਹੁੰਦਾ ਕਿ ਜਿਹੜੀਆਂ ਕੌਮਾਂ ਕਨਵਰਸ਼ਨ ਨਹੀਂ ਕਰਵਾਉਂਦੀਆਂ, ਹਾਂਜੀ, ਬਾਹਰੋਂ ਦੇ ਲੋਕਾਂ ਨੂੰ ਆਪਣੇ ਦਾਇਰੇ ਅੰਦਰ ਲੈ ਕੇ ਨਹੀਂ ਆਉਂਦੀਆਂ, ਉਹ ਕੌਮਾਂ ਦੇ ਵਿੱਚੋਂ ਲੋਕੀ ਫਿਰ ਬਾਹਰ ਜਾਣੇ ਸ਼ੁਰੂ ਹੋ ਜਾਂਦੇ ਆ। ਕਿਉਂਕਿ ਜਦੋਂ ਤੁਸੀਂ ਫਰਜ਼ ਕਰੋ, ਮੈਂ ਸਿੱਧੀ ਗੱਲ ਕਹਿ ਦਿਆਂ ਕਿ ਕੋਈ ਦੂਜੇ ਧਰਮ ਵਾਲਾ ਅੱਜ ਸਿੱਖ ਬਣਦਾ ਹੈ, ਸਾਡੇ ਬੱਚਿਆਂ ਨੂੰ ਮਾਣ ਮਹਿਸੂਸ ਹੋਵੇਗਾ, ਪ੍ਰਾਊਡ ਟੂ ਬੀ ਸਿੱਖ ਦੀ ਭਾਵਨਾ ਆਏਗੀ ਕਿ ਦੂਜੇ ਜੇ ਸਿੱਖੀ ਧਾਰਨ ਕਰ ਰਿਹਾ ਤੇ ਅਸੀਂ ਕਿਉਂ ਸਿੱਖੀ ਛੱਡੀਏ। ਠੀਕ ਹੈ। ਪਰ ਜੇ ਤੁਹਾਡੇ ਵਿੱਚੋਂ ਤੁਸੀਂ ਨਹੀਂ ਦੂਜੇ ਬਾਹਰੋਂ ਸਿੱਖ ਬਣਾ ਰਹੇ ਹੈਗੇ, ਤੁਹਾਡੇ ਵਿੱਚੋਂ ਸਾਡੇ ਕੁਝ ਲੋਕ ਜਿਹੜੇ ਸਿਆਣੇ ਲੋਕ ਜਾਂ ਦੂਜੇ ਲੋਕ ਛੱਡ ਕੇ ਧਰਮ ਨੂੰ ਜਾ ਰਹੇ ਆ, ਤੇ ਆਉਣ ਵਾਲੇ ਬੱਚਿਆਂ ਤੇ ਪ੍ਰਭਾਵ ਪਵੇਗਾ, ਜ਼ਰੂਰ ਕੁਝ ਮਾੜੀਆਂ ਲਾਮਤਾਂ ਹੋਣਗੀਆਂ। ਇਸ ਕਰਕੇ ਹੀ ਜਾ ਰਿਹਾ, ਤੁਹਾਡੇ ਬੱਚੇ ਵੀ ਜਾਣਗੇ।
ਸੋ ਸਿੱਖੀ ਦਾ ਮਾਣ ਪੈਦਾ ਕਰਨ ਲਈ ਆਉਣ ਵਾਲੀਆਂ ਪੀੜ੍ਹੀਆਂ ਦੇ ਅੰਦਰ ਬੜਾ ਜ਼ਰੂਰੀ ਹੈ ਕਿ ਬਾਹਰੋਂ ਸਿੱਖ ਸੱਜਣੇ ਚਾਹੀਦੇ, ਪਰ ਇੱਕ ਗੱਲ ਪੱਕੀ ਹੈ, ਕਿਸੇ ਨੂੰ ਲਾਲਚ ਦੇ ਕੇ ਨਹੀਂ, ਕਿਸੇ ਨੂੰ ਡਰਾ ਕੇ ਨਹੀਂ, ਕਿਸੇ ਨੂੰ ਦਾਬਾ ਦੇ ਕੇ ਨਹੀਂ, ਪਰ ਤੁਸੀਂ ਆਪਣੇ ਪਿਆਰ ਦੀ ਭਾਵਨਾ ਦੇ ਨਾਲ, ਆਪਣੇ ਉੱਚੇ ਸਿਧਾਂਤਾਂ ਦੇ ਨਾਲ, ਆਪਣੇ ਉੱਚੇ ਜੀਵਨ ਦੇ ਨਾਲ ਆਪਣੇ ਦਾਇਰੇ ਨੂੰ ਵਿਸ਼ਾਲ ਕਰਨਾ, ਜਿਹੜਾ ਗੁਰੂ ਸਾਹਿਬ ਨੇ ਜਿੱਦਾਂ ਸਿਖਾਇਆ ਸੀ। ਸੋ ਅੱਜ ਦੀ ਵਿਚਾਰਧਾਰਾ ਦੀ ਇੰਨੀ ਗੱਲ ਹੈ। ਗਿਆਨੀ ਜੀ ਅਗਲੇ ਐਪੀਸੋਡ ਵਿੱਚ ਵੀ ਸਾਡੇ ਨਾਲ ਜੁੜੇ ਰਹਿਣਗੇ, ਜਿੱਥੋਂ ਗੱਲ ਛੱਡੀ ਉੱਥੋਂ ਕੂਹੇ ਦੁਬਾਰਾ ਸ਼ੁਰੂ ਕਰ ਲਾਂਗੇ ਜੀ। ਇਹ ਤੁਸੀਂ ਵੀ ਜੁੜੇ ਰਹੋ। ਇੱਕ ਵਾਰ ਖਿਮਾ ਜਾਚਨਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।